ਉੱਥੇ ਤਾਂ ਜੌਬ ਕਰ ਰਹੇ ਸੀ ਨਾ। ਦੇਖੋ ਜੀ 2004 'ਚ ਉੱਥੇ ਵਾਰਜ਼ੋਨ ਏਰੀਆ ਸੀ, ਲੜਾਈ ਲੱਗੀ ਹੋਈ ਸੀ। ਉੱਥੋਂ ਦਾ ਮਾਹੌਲ ਇੱਕ ਅਲੱਗ ਸੀਗਾ ਜੀ। ਜਿੱਦਾਂ ਤੁਸੀਂ ਦੇਖਦੇ ਹੋ ਬਾਰਡਰ 'ਤੇ ਜਦ ਲੜਾਈ ਲੱਗੀ ਹੁੰਦੀ ਹੈ, ਉਹ ਸੇਮ ਉੱਥੇ ਦਾ ਮਾਹੌਲ ਸੀਗਾ ਜੀ ਉੱਥੇ ਦਾ। ਅੱਛਾ ਜੀ ਇਰਾਕ ਵਿੱਚ ਉੱਥੋਂ 2 ਸਾਲ ਮੈਂ ਕੰਮ ਕਰਕੇ ਤੇ ਫਿਰ ਮੈਂ ਵਾਪਸ ਉੱਥੋਂ ਆਇਆ। ਉਸ ਤੋਂ ਬਾਅਦ ਫਿਰ ਦੂਜੀ ਕੰਟਰੀ, ਤੀਜੀ ਕੰਟਰੀ ਤੋਂ ਇੱਦਾਂ ਮੇਰਾ ਅੱਗੇ ਚੱਲਦਾ ਰਿਹਾ ਜੀ। ਬਹੁਤ ਘੱਟ ਸਮੇਂ ਦੇ ਵਿੱਚ ਤੁਸੀਂ ਆਪਣਾ ਨਾਮ ਕਮਾਇਆ, ਤੁਹਾਡੇ ਫੂਡ ਦੇ ਜੋ ਕਿ ਚਰਚੇ ਦੂਰ ਦੂਰ ਤੱਕ ਨੇ। ਇੱਕ ਵਧੀਆ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਤੇ ਅਸੀਂ ਆਪਣੀ ਘਰ 'ਚ ਜਿਹੜੀ ਕਿਚਨ ਹੈ, ਮੈਂ ਉੱਥੋਂ ਹੀ ਮੇਰਾ ਫੂਡ ਤਿਆਰ ਹੁੰਦਾ ਤੇ ਸਾਫ਼ ਸਫਾਈ ਦਾ ਬਿਲਕੁਲ ਧਿਆਨ ਰੱਖੀਦਾ ਆ ਤੇ ਕੁਆਲਿਟੀ, ਕੁਆਂਟੀਟੀ ਤੇ ਕਸਟਮਰ ਨਾਲ ਜਿਹੜਾ ਰਿਲੇਸ਼ਨ ਹੈ, ਇਹ ਸਭ ਕੁਝ ਮੈਟਰ ਕਰਦਾ ਜੀ। ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਨੇ ਕਿ ਇੱਥੇ ਕੰਮਕਾਰ ਨਹੀਂ ਹੈ। ਤੁਸੀਂ ਵਿਦੇਸ਼ ਤੋਂ ਵਾਪਸ ਆਏ ਹੋ, ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਦੀ ਸੋਚ ਅਜਿਹੀ ਬਣ ਚੁੱਕੀ? ਪੰਜਾਬ ਦਾ ਜੋ ਸਿਸਟਮ ਹੈ, ਇੱਥੇ ਜੌਬਸ ਨਹੀਂ ਹੈਗੀਆਂ ਤੇ ਇਹਦੇ ਵਿੱਚ ਜਿਹੜੇ ਜਵਾਨ ਮੁੰਡੇ ਉਹ ਛੇਤੀ ਪਜ਼ਲ ਹੋ ਜਾਂਦੇ ਕਿ ਉਹ ਆਪਾਂ ਇੱਥੇ ਕੀ ਕੀਤਾ ਜਾਵੇ, ਜਾਂ ਮਤਲਬ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ, ਉਹਨਾਂ ਦੇ ਮਾਪਿਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਤੇ ਇਸ ਲਈ ਉਹ ਸੋਚਦੇ ਆ ਕਿ ਸਾਨੂੰ ਬਾਹਰ ਜਾ ਕੇ ਹੀ ਸੈਟਿੰਗ ਸਾਡੀ ਬਣੇਗੀ, ਪਰ ਆਪਾਂ ਇੱਥੇ ਵੀ ਕੰਮ ਕਰਕੇ ਆਪਾਂ ਵਧੀਆ ਪੈਸੇ ਕਮਾ ਸਕਦੇ ਹਾਂ। ਛੋਟੇ ਬਿਜ਼ਨਸ ਤੋਂ ਸ਼ੁਰੂ ਕਰਕੇ ਅਸੀਂ ਆਪਾਂ ਵਧੀਆ ਆਪਣੇ ਪੈਸੇ ਕਮਾ ਸਕਦੇ ਹਾਂ ਜੀ। ਕੁਕਿੰਗ ਦਾ ਤਾਂ ਮੈਨੂੰ ਸ਼ੁਰੂ ਤੋਂ ਹੀ ਤਾਂ ਹੀ ਸ਼ੌਂਕ ਸੀ, ਮੇਰਾ ਹੱਥ ਮੇਰਾ ਪਹਿਲੇ ਤਾਂ ਹੀ ਚੱਲ ਰਿਹਾ ਕੁਕਿੰਗ ਦੇ। ਤੇ ਜਿੰਨਾ ਕੋ ਮੈਂ ਆਪਣੇ ਦੋਸਤਾਂ ਕੋ ਮੈਂ ਲਿਆ ਕਾਊਂਟਰ, ਉਹਨਾਂ ਨੇ ਮੈਨੂੰ 2-3 ਦਿਨ ਦੀ ਮੈਨੂੰ ਉਹਨਾਂ ਟ੍ਰੇਨਿੰਗ ਦਿੱਤੀ ਸੀ ਤੇ ਥਰਡ ਡੇ ਮੈਂ ਆਪਣੇ ਆਪ ਹੀ ਮੈਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ। ਦੋਸਤਾਂ ਕੋਲੋਂ ਸਿੱਖਿਆ? ਹਾਂ, 2 ਦਿਨ ਉਹਨਾਂ ਨੇ ਮੈਨੂੰ ਬਿਲਕੁਲ ਉਹਨਾਂ ਦੱਸਿਆ ਕਿ ਕਿੱਦਾਂ ਕੰਮ ਕਰਨਾ, ਕਸਟਮਰ ਨਾਲ ਕਿੱਦਾਂ, ਜਾਂ 버ਗਰ ਨੂੰ ਕਿੱਦਾਂ ਰੈਪ ਕਰਨਾ ਆ, ਹੈ ਨਾ। 2-4 ਚੀਜ਼ਾਂ ਉਹਨਾਂ ਨੇ ਮੈਨੂੰ ਦੱਸੀਆਂ ਤੇ ਤੀਜੇ ਦਿਨ ਮੈਂ ਖੁਦ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ। ਜੌਬ ਦੇ ਟਾਈਮ ਹੀ ਔਂਕੜੇ ਸੀ ਕਿਉਂਕਿ ਆਪਾਂ ਉਦੋਂ ਮੈਨੂੰ ਸੈਲਰੀ 12,000 ਮਿਲਦੀ ਸੀ ਤੇ 12,000 'ਚ ਆਪਾਂ ਆਪਣਾ ਟੱਬਰ ਨਹੀਂ ਚਲਾ ਸਕਦੇ। ਜਿਸ ਹਿਸਾਬ ਦੇ ਆਪਣੇ ਸ਼ੌਂਕ ਆ, ਜੋ ਸਾਡੀ ਖੁਆਇਸ਼ਾਂ ਆ, ਆਪਾਂ ਉਹ ਪੂਰੀਆਂ ਨਹੀਂ ਕਰ ਸਕਦੇ। ਤੇ ਜਦੋਂ ਮੈਂ ਆਪਣੇ ਦੋਸਤਾਂ ਨੂੰ ਕਿਹਾ ਕਿ ਮੈਨੂੰ ਵੀ ਕੋਈ ਕੰਮ ਖੋਲ੍ਹਣਾ ਚਾਹੁੰਦਾ ਮੈਂ, ਉਹ ਕਹਿੰਦੇ ਅਸੀਂ ਕੰਮ ਨੂੰ ਦੇਣਾ ਚਾਹੁੰਦੇ ਹਾਂ ਤੇ ਤੁਸੀਂ ਇਹੀ ਕੰਮ ਸਾਡਾ ਅੱਗੇ ਕੰਟੀਨਿਊ ਕਰ ਲਓ। ਤੇ ਫਿਰ ਉਹਨਾਂ ਨੇ ਮੈਨੂੰ 2 ਦਿਨ ਦੀ ਟ੍ਰੇਨਿੰਗ ਦਿੱਤੀ ਹੈ, ਦੱਸਿਆ ਉਹਨਾਂ ਨੂੰ ਕਿੱਦਾਂ ਕੰਮ ਕਰਨਾ ਹੈ ਤੇ ਖੁਦ ਮੈਨੂੰ ਕਹਿੰਦੇ ਸੀ ਆ ਧੱਕਾ ਲਗਾ ਕੇ ਕਾਊਂਟਰ ਨੂੰ ਤੂੰ ਆਪਣਾ ਜਿੱਥੇ ਆਪਾਂ ਪਾਰਕ ਕਰਦੇ ਸੀ ਉੱਥੇ ਕਰਕੇ ਆਉਣਾ ਸੀ। ਮਤਲਬ 2 ਦਿਨ ਉਹਨਾਂ ਨੇ ਮੈਨੂੰ ਇੱਦਾਂ ਟ੍ਰੇਨਿੰਗ ਦਿੱਤੀ ਕਿ ਤੈਨੂੰ ਬਾਅਦ 'ਚੋਂ ਸ਼ਰਮ ਨਾ ਆਏ, ਹੈ ਨਾ, ਕਿ ਤੂੰ ਕਾਊਂਟਰ ਨੂੰ ਖੁਦ ਧੱਕਾ ਲਗਾ ਕੇ ਲੈ ਕੇ ਜਾਏਗਾ ਤਾਂ ਤੈਨੂੰ ਪਤਾ ਲੱਗੇਗਾ, ਹੈ ਨਾ, ਤੇਰੀ ਸ਼ਰਮ ਉਤਰੇਗੀ ਤੇ ਤੂੰ ਕੰਮ ਵੱਲ ਤੇਰਾ ਧਿਆਨ ਹੋਏਗਾ। ਤੇ ਉਹਨਾਂ ਮੈਨੂੰ ਅੱਛੇ ਤਰੀਕੇ ਨਾਲ ਮੈਨੂੰ ਸਮਝਾਇਆ ਕੀਤਾ ਤੇ 2 ਦਿਨਾਂ 'ਚ ਮੈਂ ਫਿਰ ਪਤਾ ਸੀ ਲੋੜਵੰਦ ਹੈਗੇ ਆ। ਫਿਰ ਤੀਜੇ ਦਿਨ ਮੈਂ ਆਪਣੇ ਆਪ ਹੀ ਕਾਊਂਟਰ ਨੂੰ ਆਪਣੀ ਜਗ੍ਹਾ 'ਤੇ ਲੈ ਕੇ ਕੰਮ ਸ਼ੁਰੂ ਕੀਤਾ ਸੀ ਜੀ। ਤੁਹਾਡੀ ਇੱਥੇ ਰੇਹੜੀ ਦੀ ਸਪੈਸ਼ਲ ਚੀਜ਼ ਕੀ ਹੈ? ਸਪੈਸ਼ਲ ਹੈ ਜੀ ਐਗ 버ਗਰ ਆ, ਚਿਕਨ 버ਗਰ, ਐਗ ਰੋਲ, ਚਿਕਨ ਐਗ ਰੋਲ ਤੇ ਉਹ ਜੋ ਅੱਜ ਕੱਲ੍ਹ ਜਿਹੜਾ 2-3 ਮਹੀਨਿਆਂ ਤੋਂ ਜ਼ਿਆਦਾ ਫੇਮਸ ਹੋ ਰਿਹਾ ਉਹ ਹੈਗਾ ਜੀ ਮੇਰੇ ਫਰਾਈਡ ਚਿਕਨ ਵਿੰਗਸ ਹੈ ਜੀ। ਪੰਜਾਬ ਤੋਂ ਜਿਹੜੇ ਨੌਜਵਾਨ ਇਹ ਆ ਕੇ ਵਿਦੇਸ਼ਾਂ ਵੱਲ ਨੂੰ ਜਾ ਰਹੇ ਨੇ ਕਿ ਇੱਥੇ ਕੰਮਕਾਰ ਨਹੀਂ ਹੈ, ਉਹਨਾਂ ਨੌਜਵਾਨਾਂ ਦੇ ਲਈ ਇੱਕ ਬੇਹੱਦ ਹੀ ਖਾਸ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਇੱਕ ਅਜਿਹੇ ਵੀਰ ਜੀ ਦੇ ਨਾਲ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਜੋ ਹੱਥੀਂ ਕੰਮ ਕਰਦੇ ਨੇ ਤੇ ਹੱਥੀਂ ਕੰਮ ਕਰਕੇ ਲੱਖਾਂ ਰੁਪਏ ਦੀ ਕਮਾਈ ਕਰਦੇ ਨੇ। ਸਾਡੇ ਨਾਲ ਹਿਰਦੇਪਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਪਹਿਲਾਂ ਤਾਂ ਵੀਰ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਵੀਰ ਜੀ ਕਿੰਨੇ ਸਮੇਂ ਤੋਂ ਤੁਸੀਂ ਇਹ ਰੇਹੜੀ ਲਗਾ ਰਹੇ ਹੋ? ਜੀ ਇਹ 2020 'ਚ ਮੈਂ ਸ਼ੁਰੂ ਕੀਤਾ ਜੀ ਇਹ ਕੰਮ। ਅੱਛਾ ਜੀ। 2 ਸਾਲਾਂ ਤੋਂ ਤੁਸੀਂ ਇਹ ਰੇਹੜੀ ਲਗਾ ਰਹੇ ਹੋ ਤੇ ਕਿੱਦਾਂ ਚੱਲ ਰਿਹਾ ਤੁਹਾਡਾ ਕੰਮ? ਠੀਕ ਹੈ ਜੀ, ਵਧੀਆ ਜੀ, ਖਰਚੇ ਵਗੈਰਾ ਆਪਣੇ ਕੱਢ ਰਹੇ ਹਾਂ, ਵਧੀਆ ਕਰ ਰਹੇ ਹਾਂ। ਹਾਂਜੀ। ਤੇ ਸ਼ੁਰੂਆਤ ਦੇ ਵਿੱਚ ਜਿਵੇਂ ਅਸੀਂ ਆਖਿਆ ਕਿ ਤੁਸੀਂ ਕਈ ਕੰਟਰੀਜ਼ ਦੇ ਵਿੱਚ ਜਾ ਕੇ ਆਏ ਹੋ, ਕਿਹੜੀ ਕੰਟਰੀਜ਼ ਦੇ ਵਿੱਚ ਜਾ ਕੇ ਆਏ ਹੋ ਤੇ ਉੱਥੇ ਕੀ ਕੰਮ ਕਰਦੇ ਸੀ ਤੁਸੀਂ? ਜੀ ਪਹਿਲੇ ਤਾਂ ਮੈਂ ਗਿਆ ਸੀ ਜੀ ਇਰਾਕ 'ਚ 2004 ਵਿੱਚ ਤੇ 2 ਸਾਲ ਉੱਥੇ ਮੈਂ ਕੰਮ ਕੀਤਾ ਜੀ, 2004 ਤੋਂ 2006 ਤੱਕ ਜੀ। ਉੱਥੇ ਵਾਰਜ਼ੋਨ ਏਰੀਆ ਸੀਗਾ ਜੀ, US ਆਰਮੀ ਦੇ ਨਾਲ ਅਸੀਂ ਕੰਮ ਕਰਦੇ ਸੀ, ਉਹਨਾਂ ਨੂੰ ਫੂਡ ਸਰਵ ਕਰਦੇ ਸੀ ਜੀ। ਅੱਛਾ, ਆਰਮੀ ਦੇ ਨਾਲ ਤੁਸੀਂ ਕੰਮ ਕੀਤਾ? ਜੀ, ਆਰਮੀ ਦੇ ਨਾਲ ਜੀ। ਤੇ ਵਿਦੇਸ਼ਾਂ ਦੇ ਵਿੱਚ ਕਿਵੇਂ ਦਾ ਕੰਮ ਤੁਹਾਡਾ ਚੱਲ ਰਿਹਾ ਸੀ ਕਿ ਵਾਪਸ ਆ ਕੇ ਤੁਸੀਂ ਪੰਜਾਬ ਦੇ ਵਿੱਚ ਰੇਹੜੀ ਲਗਾਈ? ਜੀ ਉੱਥੇ ਤਾਂ ਜੌਬ ਕਰ ਰਹੇ ਸੀ ਨਾ। ਦੇਖੋ ਜੀ 2004 'ਚ ਉੱਥੇ ਵਾਰਜ਼ੋਨ ਏਰੀਆ ਸੀ, ਲੜਾਈ ਲੱਗੀ ਹੋਈ ਸੀ। ਉੱਥੋਂ ਦਾ ਮਾਹੌਲ ਇੱਕ ਅਲੱਗ ਸੀਗਾ ਜੀ। ਜਿੱਦਾਂ ਤੁਸੀਂ ਦੇਖਦੇ ਹੋ ਬਾਰਡਰ 'ਤੇ ਜਦ ਲੜਾਈ ਲੱਗੀ ਹੁੰਦੀ ਹੈ, ਉਹ ਸੇਮ ਉੱਥੇ ਦਾ ਮਾਹੌਲ ਸੀਗਾ ਜੀ ਉੱਥੇ ਦਾ। ਜੀ ਇਰਾਕ ਵਿੱਚ। ਤੇ ਉੱਥੋਂ 2 ਸਾਲ ਮੈਂ ਕੰਮ ਕਰਕੇ ਤੇ ਫਿਰ ਮੈਂ ਵਾਪਸ ਉੱਥੋਂ ਆਇਆ ਤੇ ਉਸ ਤੋਂ ਬਾਅਦ ਫਿਰ ਦੂਜੀ ਕੰਟਰੀ, ਤੀਜੀ ਕੰਟਰੀ ਤੋਂ ਇੱਦਾਂ ਮੇਰਾ ਅੱਗੇ ਚੱਲਦਾ ਰਿਹਾ ਜੀ। ਤੇ ਬਹੁਤ ਘੱਟ ਸਮੇਂ ਦੇ ਵਿੱਚ ਤੁਸੀਂ ਆਪਣਾ ਨਾਮ ਕਮਾਇਆ, ਤੁਹਾਡੇ ਫੂਡ ਦੇ ਜੋ ਕਿ ਚਰਚੇ ਦੂਰ ਦੂਰ ਤੱਕ ਨੇ। ਜੀ ਬਿਲਕੁਲ, ਕਿਉਂਕਿ ਆਪਾਂ ਇੱਕ ਵਧੀਆ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਤੇ ਅਸੀਂ ਆਪਣੀ ਘਰ 'ਚ ਜਿਹੜੀ ਕਿਚਨ ਹੈ, ਮੈਂ ਉੱਥੋਂ ਹੀ ਮੇਰਾ ਫੂਡ ਤਿਆਰ ਹੁੰਦਾ
ਤੇ ਸਾਫ ਸਫਾਈ ਦਾ ਬਿਲਕੁਲ ਧਿਆਨ ਰੱਖੀਦਾ ਆ ਤੇ ਕੁਆਲਿਟੀ ਕੁਆਂਟੀਟੀ ਤੇ ਕਸਟਮਰ ਨਾਲ ਜਿਹੜਾ ਰਿਲੇਸ਼ਨ ਹੈ ਇਹ ਸਭ ਕੁਝ ਮੈਟਰ ਕਰਦਾ ਜੀ। ਤੇ ਇਸੇ ਕਰਕੇ ਹੀ ਕਸਟਮਰ ਨਾਲ ਮੇਰਾ ਪਿਆਰ ਹੈ, ਮੇਰੀ ਚਲੋ ਬਾਬੇ ਦੀ ਕਿਰਪਾ ਆ, ਸਭ ਚੱਲੀ ਆ ਰਿਹਾ ਜੀ। ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਨੇ ਕਿ ਇੱਥੇ ਕੰਮਕਾਰ ਨਹੀਂ ਹੈ। ਤੁਸੀਂ ਵਿਦੇਸ਼ ਤੋਂ ਵਾਪਸ ਆਏ ਹੋ, ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਦੀ ਸੋਚ ਅਜਿਹੀ ਬਣ ਚੁੱਕੀ ਹੈ? ਜੀ ਐਕਚੁਅਲੀ ਜੀ ਆਪਣੇ ਜੋ ਪੰਜਾਬ ਦਾ ਜੋ ਸਿਸਟਮ ਹੈ ਇੱਥੇ ਜੌਬਸ ਨਹੀਂ ਹੈਗੀਆਂ ਤੇ ਇਹਦੇ ਵਿੱਚ ਜਿਹੜੇ ਜਵਾਨ ਮੁੰਡੇ ਉਹ ਛੇਤੀ ਪਜ਼ਲ ਹੋ ਜਾਂਦੇ ਕਿ ਉਹ ਆਪਾਂ ਇੱਥੇ ਕੀ ਕੀਤਾ ਜਾਵੇ, ਜਾਂ ਮਤਲਬ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ, ਉਹਨਾਂ ਦੇ ਮਾਪਿਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਤੇ ਇਸ ਲਈ ਉਹ ਸੋਚਦੇ ਆ ਕਿ ਸਾਨੂੰ ਬਾਹਰ ਜਾ ਕੇ ਹੀ ਸੈਟਿੰਗ ਸਾਡੀ ਬਣੇਗੀ, ਪਰ ਆਪਾਂ ਇੱਥੇ ਵੀ ਕੰਮ ਕਰਕੇ ਆਪਾਂ ਵਧੀਆ ਪੈਸੇ ਕਮਾ ਸਕਦੇ ਹਾਂ। ਛੋਟੇ ਬਿਜ਼ਨਸ ਤੋਂ ਸ਼ੁਰੂ ਕਰਕੇ ਅਸੀਂ ਆਪਾਂ ਵਧੀਆ ਆਪਣੇ ਪੈਸੇ ਕਮਾ ਸਕਦੇ ਹਾਂ ਜੀ। ਜੀ ਤੇ ਤੁਹਾਡੀ ਰੇਹੜੀ ਤੇ ਕਿੰਨੇ ਪ੍ਰਕਾਰ ਦਾ ਖਾਣਾ ਮਿਲਦਾ ਇੱਥੇ, ਫੂਡ ਮਿਲਦਾ, ਤੇ ਤੁਸੀਂ ਕੋਈ ਸਿਖਲਾਈ ਸਿੱਖੀ ਹੈ, ਕੋਈ ਹੋਟਲ ਮੈਨੇਜਮੈਂਟ ਵਗੈਰਾ ਦਾ ਕੋਰਸ? ਨਹੀਂ ਜੀ, ਮੈਂ ਨਾ ਕੋਈ ਸਿਖਲਾਈ ਨਹੀਂ ਸਿੱਖੀ ਕਿਉਂਕਿ ਮੈਂ ਸ਼ੁਰੂ ਤੋਂ ਬਾਹਰ ਰਿਹਾ ਤੇ ਕੁਕਿੰਗ ਦਾ ਤਾਂ ਮੈਨੂੰ ਸ਼ੁਰੂ ਤੋਂ ਹੀ ਤਾਂ ਹੀ ਸ਼ੌਂਕ ਸੀ। ਮੇਰਾ ਹੱਥ ਮੇਰਾ ਪਹਿਲੇ ਤਾਂ ਹੀ ਚੱਲ ਰਿਹਾ ਕੁਕਿੰਗ ਦੇ। ਤੇ ਜਿੰਨਾ ਕੋ ਮੈਂ ਆਪਣੇ ਦੋਸਤਾਂ ਕੋ ਮੈਂ ਲਿਆ ਹੈ ਕਾਊਂਟਰ, ਉਹਨਾਂ ਨੇ ਮੈਨੂੰ 2-3 ਦਿਨ ਦੀ ਮੈਨੂੰ ਉਹਨਾਂ ਟ੍ਰੇਨਿੰਗ ਦਿੱਤੀ ਸੀ ਤੇ ਥਰਡ ਡੇ ਮੈਂ ਆਪਣੇ ਆਪ ਹੀ ਮੈਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ ਜੀ। ਦੋਸਤਾਂ ਕੋਲੋਂ ਸਿੱਖਿਆ ਤੁਸੀਂ? ਹਾਂ 2 ਦਿਨ ਉਹਨਾਂ ਨੇ ਮੈਨੂੰ ਬਿਲਕੁਲ ਉਹਨਾਂ ਦੱਸਿਆ ਕਿ ਕਿੱਦਾਂ ਕੰਮ ਕਰਨਾ, ਕਸਟਮਰ ਨਾਲ ਕਿੱਦਾਂ, ਜਾਂ 버ਗਰ ਨੂੰ ਕਿੱਦਾਂ ਰੈਪ ਕਰਨਾ ਆ, ਹਨਾ 2-4 ਚੀਜ਼ਾਂ ਉਹਨਾਂ ਨੇ ਮੈਨੂੰ ਦੱਸੀਆਂ ਤੇ ਫਿਰ ਤੀਜੇ ਦਿਨ ਮੈਂ ਖੁਦ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ ਜੀ। ਤੇ ਮਨ ਨੇ ਕਦੋਂ ਕਿਹਾ ਕਿ ਹੁਣ ਆਪਣੀ ਰੇਹੜੀ ਖੋਲ੍ਹਣੀ ਚਾਹੀਦੀ ਹੈ? ਮਤਲਬ ਨਹੀਂ, ਐਕਚੁਅਲੀ ਮੈਂ ਇੱਥੇ ਜਿੱਦਾਂ ਜੌਬ ਕਰਦਾ ਸੀ, ਇੱਥੇ ਜੋ ਵਾਪਸ ਆਉਣ ਤੋਂ ਬਾਅਦ ਲਾਸਟ ਮੇਰੀ ਸਿੰਗਾਪੁਰ ਸੀ ਜੀ, ਮੈਂ ਜੌਬ ਕਰਦਾ ਤੇ ਉਸ ਤੋਂ ਬਾਅਦ ਜਦ ਇੱਥੇ ਆਇਆ ਤੇ ਮੈਂ ਕਾਫੀ ਸਾਲ ਮੈਂ ਕੰਮ ਨਹੀਂ ਕੀਤਾ ਕਿਉਂਕਿ ਉੱਥੋਂ ਦੀ ਸੈਲਰੀ ਸੀਗੀ 60,000 80,000 ਮੈਂ ਕਮਾਉਂਦਾ ਸੀ। ਤੇ ਇੱਥੇ ਆ ਕੇ ਮੇਰਾ ਕਾਫੀ ਦੇਰ ਮੇਰਾ ਮਾਈਂਡ ਸੈਟ ਹੀ ਨਹੀਂ ਰਿਹਾ ਕਿ ਮੈਂ ਤੇ 8,000 9,000 ਤੇ ਮੈਂ ਕੰਮ ਕਰਾਂਗਾ, ਤੇ ਮੈਂ 3-4 ਸਾਲ ਇਦਾਂ ਹੀ ਮੈਂ ਖਰਾਬ ਕੀਤੇ। ਫਰਸਟ੍ਰੇਟਡ ਨਹੀਂ ਹੋਏ ਉਸ ਸਮੇਂ? ਨਹੀਂ ਫਸਟ ਰੇਟ ਨਹੀਂ, ਥੋੜੀ ਮਤਲਬ ਇਹੀ ਸੀਗਾ ਕਿ ਹਾਂ ਚਲੋ ਕਿ ਮੈਂ ਫਿਰ ਬਾਹਰ ਹੀ ਜਾਵਾਂਗਾ ਕਿਉਂਕਿ ਇੱਥੇ ਉਨੀ ਕਮਾਈ ਆਪਾਂ ਨਹੀਂ ਕਰ ਸਕਦੇ ਦੁਬਾਰਾ। ਜਿਹੜਾ 60-70-80,000 ਕਮਾਉਂਦਾ ਉਹ 7-8,000 'ਚ ਆਪਣਾ ਗੁਜ਼ਾਰਾ ਨਹੀਂ ਕਰ ਸਕਦਾ। ਉਹ ਵੀ ਮਹੀਨਾ ਪੂਰਾ ਮਿਹਨਤ ਕਰਕੇ ਤੁਹਾਡੇ ਸਾਰੇ ਖਰਚੇ ਲਗਾ ਕੇ ਫਿਰ ਵੀ ਤੁਹਾਡੀ ਜੇਬੀ 'ਚ ਕੁਝ ਬਚਦਾ ਨਹੀਂ ਹੈ। ਤੇ ਫਿਰ 3-4 ਸਾਲ ਖਰਾਬ ਕਰਨ ਤੋਂ ਬਾਅਦ ਮੈਂ ਇੱਥੇ ਫਿਰ ਜੌਬ ਕਰਨੀ ਸ਼ੁਰੂ ਕੀਤੀ ਕਿਉਂਕਿ ਹੱਥ 'ਚ ਕੋਈ ਪੈਸਾ ਨਹੀਂ ਸੀਗਾ, ਹਨਾ ਬਾਹਰ ਜਾਓ ਤੇ ਘਰਦਿਆਂ ਕੋਲ ਪੈਸੇ ਮੰਗੋ। ਤੇ ਇਸ ਲਈ ਫਿਰ ਮੈਂ ਆਪਣੀ ਦੁਬਾਰਾ ਫਿਰ ਮੈਂ ਜੌਬ ਇੱਥੇ 1-2 ਕੀਤੀਆਂ ਆ ਤੇ ਜੋ ਲਾਸਟ ਜੌਬ ਮੈਂ ਪ੍ਰੋਪਰਟੀ ਡੀਲਰ ਦੇ ਨਾਲ ਕੀਤੀ ਸੀ ਜੀ। ਤੇ ਉਸ ਤੋਂ ਬਾਅਦ ਫਿਰ ਮੈਂ 2020 ਮੈਂ ਕੰਮ ਸ਼ੁਰੂ ਕੀਤਾ ਜੀ। ਜਦੋਂ ਸ਼ੁਰੂਆਤ ਕੀਤੀ ਸੀ ਉਸ ਸਮੇਂ ਕੀ ਔਂਕੜਾਂ ਆਈਆਂ ਸੀ? ਸ਼ੁਰੂਆਤ ਜੀ ਜਿੱਦਾਂ ਔਂਕੜਾਂ ਤਾਂ ਪਹਿਲੇ ਮੇਰੀ ਜੌਬ ਦੇ ਟਾਈਮ ਹੀ ਔਂਕੜਾਂ ਸੀ ਕਿਉਂਕਿ ਆਪਾਂ ਉਦੋਂ ਮੈਨੂੰ ਸੈਲਰੀ 12,000 ਮਿਲਦੀ ਸੀ ਤੇ 12,000 'ਚ ਆਪਾਂ ਆਪਣਾ ਟੱਬਰ ਨਹੀਂ ਚਲਾ ਸਕਦੇ। ਜਿਸ ਹਿਸਾਬ ਦੇ ਆਪਣੇ ਸ਼ੌਂਕ ਆ, ਜੋ ਸਾਡੀ ਖੁਆਇਸ਼ਾਂ ਆ, ਆਪਾਂ ਉਹ ਪੂਰੀਆਂ ਨਹੀਂ ਕਰ ਸਕਦੇ। ਤੇ ਜਦੋਂ ਮੈਂ ਆਪਣੇ ਦੋਸਤਾਂ ਨੂੰ ਕਿਹਾ ਕਿ ਮੈਨੂੰ ਵੀ ਕੋਈ ਕੰਮ ਖੋਲ੍ਹਣਾ ਚਾਹੁੰਦਾ ਮੈਂ, ਉਹ ਕਹਿੰਦੇ ਅਸੀਂ ਕੰਮ ਨੂੰ ਦੇਣਾ ਚਾਹੁੰਦੇ ਆ ਤੇ ਤੁਸੀਂ ਇਹੀ ਕੰਮ ਸਾਡਾ ਅੱਗੇ ਕੰਟੀਨਿਊ ਕਰ ਲਓ। ਤੇ ਫਿਰ ਉਹਨਾਂ ਨੇ ਮੈਨੂੰ 2 ਦਿਨ ਦੀ ਟ੍ਰੇਨਿੰਗ ਦਿੱਤੀ ਹੈ, ਦੱਸਿਆ ਉਹਨਾਂ ਨੂੰ ਕਿੱਦਾਂ ਕੰਮ ਕਰਨਾ ਹੈ ਤੇ ਖੁਦ ਮੈਨੂੰ ਕਹਿੰਦੇ ਸੀਗਾ ਧੱਕਾ ਲਗਾ ਕੇ ਕਾਊਂਟਰ ਨੂੰ ਤੂੰ ਆਪਣਾ ਜਿੱਥੇ ਆਪਾਂ ਪਾਰਕ ਕਰਦੇ ਸੀ ਉੱਥੇ ਕਰਕੇ ਆਉਣਾ ਸੀ। ਮਤਲਬ 2 ਦਿਨ ਉਹਨਾਂ ਨੇ ਮੈਨੂੰ ਇਦਾਂ ਟ੍ਰੇਨਿੰਗ ਦਿੱਤੀ ਕਿ ਤੈਨੂੰ ਬਾਅਦ 'ਚੋਂ ਸ਼ਰਮ ਨਾ ਆਏ, ਹੈ ਨਾ, ਕਿ ਤੂੰ ਕਾਊਂਟਰ ਨੂੰ ਖੁਦ ਧੱਕਾ ਲਗਾ ਕੇ ਲੈ ਕੇ ਜਾਏਗਾ ਤਾਂ ਤੈਨੂੰ ਪਤਾ ਲੱਗੇਗਾ, ਹੈ ਨਾ, ਤੇਰੀ ਸ਼ਰਮ ਉਤਰੇਗੀ ਤੇ ਤੂੰ ਕੰਮ ਵੱਲ ਤੇਰਾ ਧਿਆਨ ਹੋਏਗਾ। ਤੇ ਉਹਨਾਂ ਮੈਨੂੰ ਅੱਛੇ ਤਰੀਕੇ ਨਾਲ ਮੈਨੂੰ ਸਮਝਾਇਆ ਕੀਤਾ ਤੇ 2 ਦਿਨਾਂ 'ਚ ਮੈਂ ਫਿਰ ਪਤਾ ਸੀ ਲੋੜਵੰਦ ਹੈਗੇ ਆ। ਫਿਰ ਤੀਜੇ ਦਿਨ ਮੈਂ ਆਪਣੇ ਆਪ ਹੀ ਕਾਊਂਟਰ ਨੂੰ ਆਪਣੀ ਜਗ੍ਹਾ ਤੇ ਲੈ ਕੇ ਕੰਮ ਸ਼ੁਰੂ ਕੀਤਾ ਸੀ ਜੀ। ਪੇਰੈਂਟਸ ਦਾ ਕਿੱਦਾਂ ਸਪੋਰਟ ਰਿਹਾ? ਕਿਉਂਕਿ ਪਹਿਲਾਂ ਪੇਰੈਂਟਸ ਨੇ ਪੈਸੇ ਲਾ ਕੇ ਬਾਹਰ ਭੇਜਿਆ, ਫਿਰ ਤੁਸੀਂ ਵਾਪਸ ਆਏ, ਫਿਰ ਆ ਕੇ ਤੁਸੀਂ ਕੰਮਕਾਰ ਕੀਤਾ, ਫਿਰ ਆਪਣੀ ਰੇਹੜੀ ਖੋਲੀ। ਕੀ ਪੇਰੈਂਟਸ ਦਾ ਤੁਹਾਡੇ ਪ੍ਰਤੀ ਉਹ ਸੀ? ਪੇਰੈਂਟਸ ਨੇ ਚਲੋ ਕੁਝ ਨਹੀਂ ਕਿਹਾ, ਉਹਨਾਂ ਨੂੰ ਪਤਾ ਕਿ ਕੰਮ ਤਾਂ ਕੋਈ ਕਰਨਾ ਪਏਗਾ ਜੀ। ਸ਼ੁਰੂ 'ਚ ਚਲੋ ਲੱਗਦਾ ਆ ਪੇਰੈਂਟਸ ਨੂੰ ਵੀ, ਪਰ ਥੋੜ੍ਹੇ ਦਿਨਾਂ 'ਚ ਜਦੋਂ ਮੈਂ ਆਪਣਾ ਸੈਟਅਪ ਮੇਰਾ ਰੈਗੂਲਰ ਹੋ ਗਿਆ ਫਿਰ ਉਹਨਾਂ ਦੀ ਵੀ ਸਪੋਰਟ ਨਾਲ ਰਹੀ ਹੈ ਜੀ। ਫਿਰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਜੀ। ਤੇ ਤੁਹਾਡੀ ਇੱਥੇ ਰੇਹੜੀ ਦੀ ਸਪੈਸ਼ਲ ਚੀਜ਼ ਕੀ ਹੈ? ਸਪੈਸ਼ਲ ਹੈ ਜੀ ਐਗ 버ਗਰ ਆ, ਚਿਕਨ 버ਗਰ, ਐਗ ਰੋਲ, ਚਿਕਨ ਰੋਲ, ਚਿਕਨ ਐਗ ਰੋਲ। ਤੇ ਉਹ ਜੋ ਅੱਜ ਕੱਲ੍ਹ ਜਿਹੜਾ 2-3 ਮਹੀਨਿਆਂ ਤੋਂ ਜ਼ਿਆਦਾ ਫੇਮਸ ਹੋ ਰਿਹਾ ਉਹ ਹੈਗਾ ਜੀ ਮੇਰੇ ਫਰਾਈਡ ਚਿਕਨ ਵਿੰਗਸ ਹੈ ਜੀ। ਜੀ ਤੇ ਕਿੱਥੋਂ ਆਉਂਦੇ ਨੇ ਲੋਕ ਖਾਣ ਵਾਸਤੇ? ਲੋਕ ਜੀ ਜਿੱਦਾਂ ਪਠਾਨਕੋਟ ਬਾਈਪਾਸ ਤੋਂ, ਕਈ ਕਰਤਾਰਪੁਰ ਤੋਂ ਵੀ ਹੈ ਜਾਂ ਕਪੂਰਥਲੇ ਤੋਂ ਵੀ ਆਉਂਦੇ ਆ ਲੋਕੀ, ਬਹੁਤ ਦੂਰ ਦੂਰੋਂ ਆਉਂਦੇ ਆ। ਹਾਂਜੀ 120 ਫੁੱਟੀ ਰੋਡ ਤੋਂ ਵੀ ਆਉਂਦੇ ਆ। ਤੇ ਲੋਕਾਂ ਦੇ ਕੀ ਰਿਵਿਊਜ਼ ਹੁੰਦੇ ਨੇ? ਖਾ ਕੇ ਮਤਲਬ ਇੱਕ ਵਧੀਆ ਕੰਪਨੀ ਨਾਲ ਮੇਰੇ ਨਾਲ ਕੰਪੈਰੀਜ਼ਨ ਕਰਕੇ ਮੈਨੂੰ ਵਧੀਆ ਕੰਪਲੀਮੈਂਟ ਦੇ ਕੇ ਜਾਂਦੇ ਆ ਕਿ ਉਹਨਾਂ ਤੋਂ ਤੁਹਾਡਾ ਜ਼ਿਆਦਾ ਵਧੀਆ ਫਰਾਈਡ ਵਿੰਗਸ ਹੈਗੇ ਜੀ। ਕਿਊਰੋ ਮੋਲ ਹੀ ਕਿਉਂ ਚੁਣਿਆ ਤੁਸੀਂ? ਕਿਊਰੋ ਮੋਲ ਦੇ ਇੱਕਦਮ ਸਾਹਮਣੇ ਰੇਹੜੀ ਲਗਾਈ। ਐਕਚੁਅਲੀ ਮੈਡਮ ਮੈਂ ਪਹਿਲੇ ਥੋੜ੍ਹਾ ਜਿਹਾ ਇੱਥੋਂ ਹਟਵਾਂ ਕੰਮ ਕਰਦਾ ਸੀਗਾ ਥੋੜ੍ਹੀ ਦੂਰ ਏਰੀਆ 'ਚ, ਤੇ ਉੱਥੇ ਸਡਨਲੀ ਜਿਹੜੇ ਬੰਦੇ ਸੀ ਉਹਨਾਂ ਨੇ ਮੈਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਤੇ ਉਹ ਕਹਿੰਦੇ ਤੈਨੂੰ ਇੱਥੇ ਅਸੀਂ ਕੰਮ ਨਹੀਂ ਕਰਨ ਦੇਣਾ। ਤੇ ਇਦਾਂ ਦਾ ਕੋਈ ਥੋੜ੍ਹਾ ਵਿੱਚ ਮਾਹੌਲ ਹੋ ਗਿਆ ਸੀ ਤੇ ਉਹਦੇ ਕਰਕੇ ਮੈਨੂੰ ਮੂਵ ਹੋਣਾ ਪਿਆ। ਮੈਨੂੰ 2-3 ਦਿਨ ਮੈਂ ਬਹੁਤ ਸਟ੍ਰੈਸ 'ਚ ਰਿਹਾ ਤੇ ਰੱਬ ਵੱਲੋਂ ਹੀ ਜਿੱਦਾਂ ਤੁਹਾਨੂੰ ਪਤਾ ਕਿ ਕੋਈ ਬੰਦਾ ਅਗਰ ਤੁਹਾਨੂੰ ਲੱਤ ਮਾਰਦਾ ਤੇ ਤੁਹਾਡੀ ਬਾਂਹ ਫੜਨ ਵਾਲਾ ਵੀ ਕੋਈ ਅੱਗੇ ਖੜਾ ਹੁੰਦਾ। ਤੇ ਇਦਾਂ ਹੀ ਮੇਰੇ ਇੱਕ ਵੱਡੇ ਭਰਾ ਨੇ ਮੈਨੂੰ ਮੇਰੀ ਬਾਂਹ ਫੜੀ ਤੇ ਉਹ ਕਹਿੰਦੇ ਕਿ ਤੂੰ ਸਾਡੇ ਇੱਥੇ
ਪਲਾਟ ਅੱਗੇ ਖਾਲੀ ਹੈ, ਉੱਥੇ ਤੂੰ ਆਪਣਾ ਕੰਮ ਸ਼ੁਰੂ ਕਰ ਲਾ। ਤੇ ਮੈਂ ਵੀ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਹਾਂ ਜੀ, ਕਿਉਂਕਿ ਉਹਨਾਂ ਨੇ ਮੈਨੂੰ ਬਾਂਹ ਫੜ ਕੇ ਮੇਰੀ ਇੱਥੇ ਮੈਨੂੰ ਖੜਾ ਕੀਤਾ ਤੇ ਮੈਨੂੰ ਇੱਕ ਵਧੀਆ ਲੋਕੇਸ਼ਨ ਮਿਲ ਗਈ ਹੈ ਤੇ ਇਹਦੇ ਕਰਕੇ ਮੈਂ ਬਸ ਚੱਲ ਰਿਹਾ ਜੀ, ਆਪਣਾ ਕੰਮ ਕਰ ਰਿਹਾ। ਹੱਥੀਂ ਕੰਮ ਕਰਦੇ ਹੋ ਤੁਸੀਂ, ਆਪਣੀ ਰੇਹੜੀ ਖੋਲੀ ਹੋਈ ਆ, ਲੋਕ ਆ ਰਹੇ ਨੇ, ਉਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਕਹਿੰਦੇ ਨੇ ਕਿ ਇੱਥੇ ਕੰਮ ਕਰ ਨਹੀਂ ਹੈ? ਜੀ ਉਹਨਾਂ ਨੂੰ ਇਹੀ ਮੈਸੇਜ ਹੈ ਕਿ ਤੁਸੀਂ ਆਪਣਾ ਇੱਕ ਥੋੜ੍ਹੇ ਜਿਹੇ ਅਮਾਊਂਟ ਦੇ ਵਿੱਚ ਤੁਸੀਂ ਆਪਣਾ ਇੱਕ ਵਧੀਆ ਕੰਮ ਖੋਲ੍ਹ ਸਕਦੇ ਹੋ। ਇੱਕ ਤੁਸੀਂ ਚਾਹੇ ਤਾਂ ਪਹਿਲੇ ਇੱਕ ਪੁਰਾਣਾ ਕਾਊਂਟਰ ਲੈ ਲਓ ਤੇ ਥੋੜ੍ਹਾ ਜਿਹਾ ਉੱਤੇ ਸਮਾਨ ਪਾ ਕੇ ਤੁਸੀਂ ਆਪਣੀ ਇਨਕਮ ਸੋਰਸ ਤੁਸੀਂ 10 ਤੋਂ ਲੈ ਕੇ 15,000 20,000 ਰੁਪਇਆ ਤੁਸੀਂ ਸਟਾਰਟਿੰਗ 'ਚ ਹੀ ਤੁਸੀਂ ਲੈ ਸਕਦੇ ਹੋ ਥੋੜ੍ਹੇ ਦਿਨਾਂ ਦੇ ਵਿੱਚ ਹੀ। ਜਿਉਂ-ਜਿਉਂ ਤੁਸੀਂ ਮਿਹਨਤ ਕਰੋਗੇ ਤੁਹਾਡਾ ਕੁਆਲਿਟੀ ਅੱਛੀ ਹੋਏਗੀ ਤੇ ਕਸਟਮਰ ਤੁਹਾਡਾ ਵੱਧਦਾ ਜਾਏਗਾ ਤੇ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ। ਇੱਥੇ ਸ਼ਾਮ ਨੂੰ ਲੈ ਕੇ 4 ਵਜੇ ਤੋਂ ਲੈ ਕੇ 10 ਵਜੇ ਤੱਕ ਕੰਮ ਕਰੋ ਤੇ ਬਸ ਆਪਣੇ ਪੈਸੇ ਕਮਾਓ ਤੇ ਆਪਣੇ ਘਰਦਿਆਂ ਨਾਲ ਰਹੋ। ਮੇਨ ਗੱਲ ਇਹ ਹੈ ਜੀ। ਵੀਰ ਜੀ, ਇਸ ਰੇਹੜੀ ਨੂੰ ਲਗਾਉਣ ਤੋਂ ਪਹਿਲਾਂ ਹੋਰ ਤੁਸੀਂ ਕੀ ਕੰਮ ਕੀਤੇ ਨੇ? ਜੀ ਮੇਰੀ ਲਾਸਟ ਜੌਬ ਸੀ ਇੱਥੇ ਇੰਡੀਆ ਵਿੱਚ ਹੀ, ਮੈਂ ਨਾ ਪ੍ਰੋਪਰਟੀ ਡੀਲਰ ਦੇ ਨਾਲ ਜੌਬ ਕਰਦਾ ਸੀ ਜੀ, ਮਾਲ ਟਾਊਨ ਗੁਰਦੁਆਰਾ ਸਾਹਿਬ ਦੇ ਇੱਕਦਮ ਬੈਕ ਸਾਈਡ ਤੇ ਉਦੋਂ ਮੇਰੀ ਕਟਿੰਗ ਹੁੰਦੀ ਸੀ ਜੀ, ਮੈਂ ਸਿੱਖੀ ਰੂਪ ਵਿੱਚ ਨਹੀਂ ਸੀਗਾ। ਤੇ ਜਦੋਂ ਮੈਂ ਆਫਿਸ ਜਾਣਾ ਤੇ ਰੋਜ਼ ਡੇਲੀ ਰੂਟੀਨ ਸੀ ਮੇਰੀ ਕਿ ਮੈਂ ਉੱਥੇ ਜਾ ਕੇ ਆਪਣੀ ਪਹਿਲੇ ਸ਼ਾਪ ਨੂੰ ਓਪਨ ਕਰਨਾ ਤੇ ਫਿਰ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਕੇ ਆਉਣਾ ਤੇ ਫਿਰ ਆਪਣਾ ਕੰਮ ਕਰਨਾ। ਤੇ ਉਸ ਤੋਂ ਬਾਅਦ ਇਦਾਂ ਕਰਦੇ ਕਰਦੇ 5-6 ਮਹੀਨੇ ਲੰਘੇ ਤੇ ਫਿਰ ਮੇਰਾ ਜਾ ਕੇ ਉਹਨਾਂ ਦਾ ਮਤਲਬ ਕਿ ਮੈਂ ਆਪਣੇ ਵਾਪਸ ਸਿੱਖੀ ਰੂਪ ਵਿੱਚ ਮੈਂ ਆਪਣੇ ਕੇਸ ਰੱਖਣੇ ਸ਼ੁਰੂ ਕਰ ਦਿੱਤੇ ਜੀ। ਤੇ ਕਿਉਂ ਲੱਗਿਆ ਤੁਹਾਨੂੰ ਕਿ ਸਿੱਖੀ ਰੂਪ ਧਾਰਨ? ਇਹ ਜੀ ਇਹ ਤਾਂ ਕੁਦਰਤੀ ਹੈ ਜੀ, ਇਹ ਜਿੱਦਾਂ ਮੈਂ ਡੇਲੀ ਮੇਰੀ ਰੂਟੀਨ ਸੀ, ਮੈਂ ਗੁਰਦੁਆਰਾ ਸਾਹਿਬ ਜਾਣਾ, ਇਹ ਤਾਂ ਰੱਬ ਵੱਲੋਂ ਹੀ ਹੈ ਜੀ ਇਹ, ਤੇ ਉਹਨਾਂ ਦੀ ਦੇਣ ਹੀ ਆ ਕਿ ਮੈਂ ਵਾਪਸ ਸਿੱਖੀ ਰੂਪ 'ਚ ਆਇਆ। ਤੇ ਹੋਰ ਮਤਲਬ ਕਿ ਜਿੱਦਾਂ ਕਹਿਣ ਦਾ ਮਤਲਬ ਇਹ ਕਿ ਮੈਂ 5-6 ਮਹੀਨੇ ਪਹਿਲੇ ਹੀ ਮੈਂ ਆਪਣੀ ਦਾੜੀ ਵੀ ਵਧਾਉਣੀ ਸ਼ੁਰੂ ਕੀਤੀ ਹੈ, ਪਹਿਲੇ ਇਹ ਵੀ ਉਹਨਾਂ ਦਾ ਹੀ ਹੁਕਮ ਤੇ ਹੀ ਹੈ। ਹਾਂਜੀ ਵੀਰ ਜੀ, ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਤੁਹਾਡੇ? ਪੇਰੈਂਟਸ ਮੰਮੀ ਡੈਡੀ ਹੈ ਜੀ, ਮੇਰੇ 2 ਬੱਚੇ ਆ, ਵਾਈਫ ਹੈ ਜੀ। ਹਾਂਜੀ। ਤੇ ਕੰਮ ਨੂੰ ਤੇ ਪਰਿਵਾਰ ਨੂੰ ਕਿਵੇਂ ਮੈਨੇਜ ਕਰਦੇ? ਜੀ ਇਦਾਂ ਆ ਕਿ ਸਵੇਰੇ ਉੱਠਦੇ ਸਾਰ ਹੀ ਮੇਰੇ ਐਕਚੁਅਲੀ ਮੈਂ ਨਾ ਘਰ ਮੇਰੇ ਡੌਗਸ ਵੀ ਹੈਗੇ, ਮੈਂ ਡੌਗਸ ਦਾ ਕੰਮ ਵੀ ਕਰਦਾ ਆ। ਅੱਛਾ ਜੀ। ਤਾਂ ਉਹਦੇ ਕਰਕੇ ਸਭ ਕੁਝ ਮੈਨੇਜ ਕਰਨਾ ਥੋੜਾ ਜਿਹਾ ਮੁਸ਼ਕਿਲ ਹੁੰਦਾ ਹੈ, ਪਰ ਪਤਾ ਹੈ ਕੰਮ ਕਰਨਾ ਹੈ ਤੇ ਕਰਨਾ ਪੈਂਦਾ ਜੀ। ਮਤਲਬ ਬਿਜ਼ੀ ਰਹਿੰਦੇ ਹੋ ਪੂਰਾ ਦਿਨ? ਬਿਜ਼ੀ ਰਹਿੰਦੇ ਸਾਰੀ ਦਿਹਾੜੀ ਤੇ ਡੌਗਸ ਮੇਰੇ ਕੋਲ 8-9 ਘਰੇ ਹੈਗੇ ਜੀ। ਤੇ ਇੱਥੋਂ ਜਿੱਦਾਂ ਮੈਂ ਆ ਕਾਰ 'ਚ ਆਪਣੀ ਸਮਾਨ ਲੈ ਆਉਂਦਾ ਤੇ ਉਸ ਤੋਂ ਪਹਿਲਾਂ ਘਰ ਦਾ ਵੀ ਕੰਮ ਹੁੰਦਾ ਆ, ਡੌਗਸ ਨੂੰ ਵੀ ਖਾਣਾ ਪਾਣਾ, ਉਹਨਾਂ ਨੂੰ ਘੁਮਾਉਣਾ ਫਿਰਾਉਣਾ। ਤੇ ਰਾਤੀ ਜਾਣ ਵੇਲੇ ਜਦੋਂ ਮੈਂ ਤੋਂ 10:30 ਵਧਾਉਣਾ ਸ਼ੁਰੂ ਕਰਦਾ, 11 ਵਜੇ ਘਰ ਪਹੁੰਚਦਾ, ਪਹਿਲੇ ਜਾ ਕੇ ਡੌਗਸ ਨੂੰ ਘੁਮਾਉਣਾ, ਫਿਰ ਕਾਰ ਤੋਂ ਸਮਾਨ ਉਤਾਰ ਕੇ ਫਰਿੱਜਾਂ 'ਚ ਲਗਾਉਣਾ ਜੀ, ਫਿਰ ਉਹਨਾਂ ਨੂੰ ਖਾਣਾ ਪਾਣਾ। ਤੇ ਮਤਲਬ ਡਿਊਟੀ ਕਾਫੀ ਲੰਬੀ ਹੈ, ਹਾਰਡ ਆ, ਪਰ ਪਤਾ ਹੈ ਕਿ ਇਹ ਜ਼ਿੰਮੇਵਾਰੀ ਹੈ, ਡਿਊਟੀ ਹੈ, ਇਸ ਲਈ ਇਹ ਕਰਨਾ ਹੀ ਪੈਣਾ ਜੀ। ਜੀ ਤੇ ਇੱਥੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਤੁਸੀਂ ਰੇਹੜੀ ਲਗਾਉਂਦੇ ਹੋ? ਜੀ ਇੱਥੇ ਜੀ ਮੈਂ 4 ਵਜੇ ਆ ਜਾਂਦਾ ਜੀ ਤੇ ਰਾਤੀ 10:30 ਪੌਣੇ 11 ਮਤਲਬ 11 ਵਜੇ ਤੱਕ ਅਸੀਂ ਇੱਥੇ ਕੰਮ ਕਰੀਦਾ ਜੀ। ਇਹ ਹੈਗਾ ਆ 66 ਫੁੱਟ ਰੋਡ, ਆਪੋਜ਼ਿਟ ਕਿਊਰੋ ਮਾਲ ਹੈ ਜੀ। ਅਮਰੀਕਨ ਚਿਕਨ 버ਗਰ ਮੇਰੇ ਕਾਊਂਟਰ ਦਾ ਨਾਮ ਹੈ ਜੀ। ਜੀ ਬਹੁਤ ਬਹੁਤ ਧੰਨਵਾਦ। ਸੋ ਸਾਡੇ ਨਾਲ ਹਿਰਦੇਪਾਲ ਮੌਜੂਦ ਸਨ, ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ। ਵਿਦੇਸ਼ ਦੇ ਕਈ ਕੰਟਰੀਜ਼ ਤੋਂ ਇਹ ਘੁੰਮ ਕੇ ਜੋ ਕਿ ਦੁਬਾਰਾ ਪੰਜਾਬ ਵਾਪਸ ਆਏ ਨੇ, ਪੰਜਾਬ ਆ ਕੇ ਇਹਨਾਂ ਦੇ ਵੱਲੋਂ ਜੋ ਕਿ ਆਪਣਾ ਕੰਮ ਖੋਲ੍ਹਿਆ ਗਿਆ, ਕਾਫੀ ਚੰਗਾ ਚੱਲ ਰਿਹਾ। ਉਹਨਾਂ ਨੌਜਵਾਨਾਂ ਦੇ ਲਈ ਵੀ ਇੱਕ ਮੈਸੇਜ ਹੈ ਜਿਹੜੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕੰਮਕਾਰ ਨਹੀਂ ਹੈ। ਸੋ ਤੁਹਾਨੂੰ ਇਹ ਸਾਡੀ ਸਟੋਰੀ ਕਿਹੋ ਜਿਹੀ ਲੱਗੀ ਹੈ, ਤੁਸੀਂ ਆਪਣੀ ਰਾਏ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਭੇਜ ਸਕਦੇ ਹੋ। ਕੈਮਰਾ ਪਰਸਨ ਸੁਸ਼ੀਲ ਦੇ ਨਾਲ ਮੈਂ ਸਿਮਰਨ ਜਲੰਧਰ ਤੋਂ।